ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਮੌਜੂਦ ਨੇ। ਗੱਲਬਾਤ ਅਸੀਂ ਸਿੱਖ ਮਸਲਿਆਂ ਦੇ ਉੱਤੇ ਕਰਾਂਗੇ। ਮਸਲੇ ਉਹ ਜਿਹੜੇ ਪੰਜਾਬ ਦੇ ਸਿੱਖਾਂ ਨਾਲ ਵੀ ਜੁੜੇ ਨੇ, ਪੂਰੇ ਮੁਲਕ ਦੇ ਸਿੱਖਾਂ ਨਾਲ, ਖਾਸ ਕਰ ਪੰਜਾਬ ਦੇ ਸਿੱਖਾਂ ਨਾਲ, ਹਰਿਆਣੇ ਦੇ ਸਿੱਖਾਂ ਨਾਲ। ਸਵਾਗਤ ਹੈ ਤੁਹਾਡਾ ਦਾਦੂਵਾਲ ਸਾਹਿਬ। ਧੰਨਵਾਦ ਜੀ ਸੁਖਵਿੰਦਰ ਸਿੰਘ ਜੀ। ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਦੂਵਾਲ ਸਾਹਿਬ, ਸਭ ਤੋਂ ਪਹਿਲਾ ਸਵਾਲ ਜਿਹੜਾ ਅੱਜ ਚਿੰਤਾ ਜਿਹੜਾ ਪੰਜਾਬ ਦੇ ਵਿੱਚ ਬਣੀ ਹੋਈ ਆ ਕਿ ਧਰਮ ਪਰਿਵਰਤਨ ਹੋ ਰਿਹਾ, ਤੁਸੀਂ ਮੰਨਦੇ ਹੋ ਇਹਨੂੰ ਕਿ ਧਰਮ ਪਰਿਵਰਤਨ ਹੋ ਰਿਹਾ? ਮੈਂ ਕਈ ਵਾਰ ਕਈਆਂ ਨੂੰ ਸਵਾਲ ਕਰ ਚੁੱਕਿਆ ਕਿ ਸਿੱਖਾਂ ਦੇ ਵਿੱਚ ਜਾਂ ਸਿੱਖਾਂ ਤੋਂ ਵੱਖ ਜੇ ਆਪਾਂ ਪੰਜਾਬੀਆਂ ਨੂੰ ਵੀ ਦੇਖ ਲਈਏ, ਪਰਿਵਾਰਾਂ ਦੇ ਵਿੱਚ ਏਦਾਂ ਹੁੰਦਾ ਕਿ ਲੋਕ ਜਾ ਕੇ ਪੀਰਾਂ ਦੇ ਵੀ ਮੱਥਾ ਟੇਕਦੇ ਨੇ, ਦਰਬਾਰ ਸਾਹਿਬ ਵੀ ਜਾਂਦੇ ਨੇ, ਮੰਦਿਰਾਂ ਵਿੱਚ ਵੀ ਮੱਥਾ ਟੇਕਦੇ ਨੇ। ਉਹ ਆਪਣੀ ਆਪਣੀ ਆਸਥਾ ਦੇ ਮੁਤਾਬਕ ਉੱਥੇ ਜਾਂਦੇ ਨੇ, ਮੱਥੇ ਟੇਕਦੇ ਨੇ, ਪਰ ਕੋਈ ਧਰਮ ਪਰਿਵਰਤਨ ਵਾਲੀ ਗੱਲ ਉਦੋਂ ਨਹੀਂ ਉੱਠੀ। ਜੇ ਹੁਣ ਕੋਈ ਈਸਾਈਆਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਜਿਹੜੀਆਂ ਚਰਚਾਵਾਂ, ਜੋ ਵੀ ਉਹ ਪ੍ਰੋਗਰਾਮ ਰੱਖਦੇ ਨੇ, ਉਹਦੇ ਵਿੱਚ ਸ਼ਾਮਲ ਹੁੰਦੇ ਨੇ, ਤਾਂ ਉਹਨਾਂ ਨੂੰ ਸਿੱਖਾਂ ਦਾ ਧਰਮ ਪਰਿਵਰਤਨ ਵਜੋਂ ਐਲਾਨਿਆ ਜਾ ਰਿਹਾ। ਦੇਖੋ ਸੁਖਵਿੰਦਰ ਸਿੰਘ ਜੀ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਕੋਈ ਕਬਰ ਤੇ ਮੱਥਾ ਟੇਕਦਾ ਜਾਂ ਮਜ਼ਾਰ ਤੇ ਮੱਥਾ ਟੇਕਦਾ ਜਾਂ ਹੋਰ ਕਿਤੇ, ਇਹ ਗੁਰਮਤ ਦਾ ਅਸੂਲ ਨਹੀਂ ਹੈ। ਜਿਹੜਾ ਗੁਰਮਤ ਦਾ ਅਸੂਲ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਗੁਰੂ ਸਾਹਿਬ ਨੇ ਆਪ ਸਿਧਾਂਤ ਦਿੱਤਾ, ਜੋ ਦਸਮ ਗ੍ਰੰਥ ਸਾਹਿਬ ਦੀ ਬਾਣੀ 'ਚ ਪੜ੍ਹਦੇ ਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸਦਾਨੀ ਬਚਨ ਉਚਾਰਦੇ ਆ ਕਿ ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਮਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੈ। ਤੇ ਗੁਰੂ ਸਾਹਿਬ ਨੇ ਇਹ ਵੀ ਬਚਨ ਜਿਹੜੇ ਰਹਿਤਨਾਮਿਆਂ 'ਚ ਮਿਲਦੇ ਆ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਣੀ ਰਹਿਤ ਮਰਜ਼ਾਦਾ ਹੀ ਸਿੱਖੀ ਦਾ ਨਾਂ ਆ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਜਿਹੜੇ ਗੁਰੂ ਸਾਹਿਬ ਨੇ ਅਸੂਲ ਤੇ ਸਿਧਾਂਤ ਦਿੱਤੇ ਆ, ਉਹਨਾਂ ਤੇ ਚੱਲਣ ਵਾਲਾ ਹੀ ਸਿੱਖ ਹੈ। ਜਿਹੜਾ ਮੜੀਆਂ ਦੀ ਪੂਜਾ ਕਰਦਾ, ਕਬਰਾਂ ਤੇ ਚਾਦਰਾਂ ਚੜਾਉਂਦਾ, ਮੜੀਆਂ ਤੇ ਦੀਵੇ ਬਾਲਦਾ, ਉਹ ਸਿੱਖੀ ਦੇ ਵਿੱਚ ਨਹੀਂ ਗਿਣਿਆ ਜਾ ਸਕਦਾ, ਭਾਵੇਂ ਉਹਦੀ ਸ਼ਕਲ ਸੂਰਤ ਸਰੂਪ ਸਿੱਖਾਂ ਵਰਗਾ ਹੋ ਸਕਦਾ ਹੈ। ਤੇ ਇਸ ਕਾਰਨ ਕਰਕੇ ਪਹਿਲੀ ਗੱਲ ਤੇ ਇਹ ਹੈ ਕਿ ਸਿੱਖੀ ਅਸੂਲਾਂ ਦਾ ਨਾਂ ਆ, ਸਿਧਾਂਤਾਂ ਦਾ ਨਾਂ ਆ। ਤੇ ਰਹੀ ਗੱਲ ਪਰਿਵਰਤਨ ਦੀ, ਜਦੋਂ ਸਿੱਖਾਂ ਨੂੰ ਇਸ ਤਰੀਕੇ ਦੇ ਨਾਲ ਕੋਈ ਲਾਲਚ ਦੇ ਵਿੱਚ ਜਾਂ ਗੁੰਮਰਾਹ ਕਰਕੇ ਜਾਂ ਡਰਾਮੇਬਾਜ਼ੀ ਕਰਕੇ ਜਾਂ ਜਬਰਨ ਕਿਸੇ ਪਾਸੇ ਲਿਜਾਇਆ ਜਾਂਦਾ, ਸਿੱਖੀ ਤੋਂ ਦੂਰ ਲਿਜਾਇਆ ਜਾਂਦਾ, ਤਾਂ ਵਾਕਈ ਧਰਮ ਪਰਿਵਰਤਨ ਹੈ, ਧਰਮ ਦੀ ਤਬਦੀਲੀ ਹੈ। ਭਾਰਤ ਦੇ ਅੰਦਰ ਬਹੁਤ ਸਾਰੇ ਹਿੰਦੂ ਸਿੱਖਾਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ ਇਸ ਤਰੀਕੇ ਦੇ ਨਾਲ। ਇਹ ਜਿਹੜਾ ਮਸਲਾ ਉੱਠਿਆ ਧਰਮ ਪਰਿਵਰਤਨ ਦਾ, ਇਹ ਐਵੇਂ ਨਹੀਂ ਹੈ ਕਿ ਕੋਈ ਮੀਡੀਆ ਦੇ ਅੰਦਰ ਜਾਂ ਇਹ ਕੋਈ ਵੈਸੇ ਹੀ ਜਿਹੜੀ ਗੱਲ ਹੈ ਉਹ ਪ੍ਰਚਲਿਤ ਹੋ ਰਹੀ ਹੈ। ਬਿਲਕੁਲ ਇਸ ਤਰ੍ਹਾਂ ਹੋ ਰਿਹਾ ਕਿ ਕੁਝ ਡਰਾਮੇਬਾਜ਼ ਲੋਕ ਜਿਹੜੇ ਨਕਲੀ ਕੁਛ ਕਰ ਰਹੇ ਆ, ਜਿਸ ਨੂੰ ਅਸਲੀ ਜਿਹੜੇ ਈਸਾਈ ਮਤ ਦੇ ਜਿਹੜੇ ਪਾਸਟਰ ਆ ਉਹ ਵੀ ਪ੍ਰਵਾਨ ਨਹੀਂ ਕਰਦੇ। ਪਿਛਲੇ ਦਿਨੀ ਜਿਹੜੇ ਅਸਲ ਈਸਾਈ ਪਾਸਟਰ ਸੀ, ਉਹਨਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਾ ਕੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲਣਾ ਵੀ ਕੀਤਾ, ਪਹੁੰਚ ਵੀ ਕੀਤੀ ਹੈ, ਤੇ ਉਹਨਾਂ ਨੇ ਖੁਦ ਵੀ ਕਿਹਾ ਕਿ ਅਸੀਂ ਕਿਸੇ ਦੇ ਧਰਮ ਤਬਦੀਲੀ ਦੇ ਹੱਕ ਦੇ ਵਿੱਚ ਨਹੀਂ ਆ। ਹਰੇਕ ਆਪੋ ਆਪਣੇ ਧਰਮ ਦੀ ਆਸਥਾ ਨੂੰ, ਫੇਥ ਨੂੰ ਫਾਲੋ ਕਰੇ, ਆਪਣੇ ਧਰਮ ਦੀਆਂ ਆਸਥਾਵਾਂ ਦਾ ਜਿਹੜਾ ਹੈਗਾ ਉਹ ਪਾਲਣ ਕਰੇ, ਪਰ ਜਿਹੜੇ ਕਰ ਰਹੇ ਆ ਉਹਨਾਂ ਨਾਲ ਸਾਡਾ ਕੋਈ ਸਬੰਧ ਨਹੀਂ। ਉਹ ਨਕਲੀ ਪਾਸਟਰ ਨੇ, ਉਹਨਾਂ ਨੇ ਵੀ ਕਹਿ ਦਿੱਤਾ। ਤੇ ਜਿਹੜੀਆਂ ਘਟਨਾਵਾਂ ਜਿਹੜੀਆਂ ਖਾਸ ਕਰਕੇ ਬਾਰਡਰ ਏਰੀਏ ਦੇ ਵਿੱਚ ਵਾਪਰੀਆਂ ਨੇ, ਉਹ ਵਾਕਿਆ ਹੀ ਨਕਲੀ ਪਾਸਟਰਾਂ ਦੇ ਕਾਰਨ ਆ। ਤੁਸੀਂ ਦੇਖਦੇ ਹੀ ਆ ਕਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਕਿ ਉਹਨੇ ਮੱਥੇ ਤੇ ਹੱਥ ਰੱਖ ਦਿੱਤਾ ਤੇ ਬੰਦਾ ਇੱਕ ਜਾਂ ਔਰਤ ਇੱਕਦਮ ਡਿੱਗ ਪੈਂਦੇ ਆ ਤੇ ਉਹ ਬੜਾ ਕੰਬਣੀ ਛਿੜ ਜਾਂਦੀ ਆ। ਇਹ ਸਾਰਾ ਕੁਝ ਦਿਖਾਵਾ, ਪਖੰਡਵਾਦ ਆ, ਤੇ ਇਹਦੇ ਨਾਲ ਜਿਹੜਾ ਹੈਗਾ ਵਾਕਿਆ ਹੀ ਧਰਮ ਤਬਦੀਲੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ, ਜਿਹਨੂੰ ਰੋਕਣ ਦੀ ਲੋੜ ਹੈ। ਤੇ ਖਾਸ ਕਰਕੇ ਸਾਡੇ ਜਿਹੜੇ ਦੇਖੋ, ਕਿਸੇ ਇਹਦੇ ਧਰਮ ਅਸਥਾਨ ਤੇ ਜਾਣਾ ਜਾਂ ਉਸ ਭਾਵਨਾ ਦੇ ਨਾਲ ਜਾਣਾ ਕਿ ਵੈਸੇ ਭਾਈਚਾਰਕ ਪ੍ਰੋਗਰਾਮ ਅਸੀਂ ਪਿੰਡਾਂ 'ਚ ਇਕੱਠੇ ਰਹਿੰਦੇ ਹਾਂ। ਤੁਸੀਂ ਮਲੇਰਕੋਟਲਾ ਤਹਿਸੀਲ 'ਚ ਚਲੇ ਜਾਓ, ਹੁਣ ਤਾਂ ਜ਼ਿਲ੍ਹਾ ਬਣ ਗਿਆ ਪੁਲਿਸ ਜ਼ਿਲ੍ਹਾ ਮਲੇਰਕੋਟਲਾ, ਪਰ ਮਲੇਰਕੋਟਲਾ 'ਚ ਤੁਸੀਂ ਚਲੇ ਜਾਓ ਤੇ ਅੱਜ ਵੀ ਹਰੇਕ ਪਿੰਡ 'ਚ ਜਿੱਥੇ ਗੁਰਦੁਆਰਾ ਉੱਥੇ ਮਸਜਿਦ ਵੀ ਹੈ, ਕਿਉਂਕਿ ਮਲੇਰਕੋਟਲਾ ਤਹਿਸੀਲ ਜਿਹੜੀ ਸੀ ਉਹ ਬਖਸ਼ੀ ਗਈ ਸੀ ਖਾਹ ਦਾ ਨਾਅਰਾ ਮਾਰਨ ਕਰਕੇ। ਜਿਹੜਾ ਨਵਾਬ ਨਾਅਰਾ ਮਾਰਿਆ ਸੀ ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਜਾ ਰਿਹਾ ਸੀ, ਤੇ ਉੱਥੇ ਬੜਾ ਭਾਈਚਾਰਾ, ਮੁਸਲਮਾਨਾਂ ਦੇ ਵੀ ਸਿੱਖ ਭਰਾ ਜਾਂਦੇ ਨੇ, ਮੁਸਲਮਾਨ ਭਰਾ ਸਿੱਖਾਂ ਦੇ ਵੀ ਆਉਂਦੇ, ਇੱਕ ਭਾਈਚਾਰਾ। ਇਸ ਤਰੀਕੇ ਨਾਲ ਕਿਸੇ ਦੇ ਚਲੇ ਜਾਣਾ ਖੁਸ਼ੀ ਗਮੀ ਦੇ ਅੰਦਰ ਜਾਂ ਕਿਸੇ ਦੇ ਸਮਾਗਮ 'ਚ, ਉਹ ਧਰਮ ਪਰਿਵਰਤਨ ਨਹੀਂ ਹੈ। ਧਰਮ ਪਰਿਵਰਤਨ ਹੈ ਜਦੋਂ ਉਹਨਾਂ ਨੂੰ ਉਹਨਾਂ ਦੇ ਧਰਮ ਦੀਆਂ ਰਹੁ ਰੀਤਾਂ ਮਰਿਆਦਾ ਨਾਲੋਂ ਤੋੜ ਕੇ
ਤੇ ਆਪਣੀਆਂ ਜਿਹੜੀਆਂ ਗੱਲਾਂ ਦੱਸੀਆਂ ਜਾ ਰਹੀਆਂ ਉਹਦੇ ਪਿੱਛੇ ਲਾਇਆ ਜਾਂਦਾ, ਉਹ ਬਿਲਕੁਲ ਧਰਮ ਪਰਿਵਰਤਨ ਹੈ। ਦਾਦੂਵਾਲ ਸਾਹਿਬ ਇੱਕ ਸਵਾਲ ਹੋਰ ਇਹਦੇ ਚ ਬਣ ਜਾਂਦਾ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਸਿੱਖੀ ਧਰਮ, ਰਹਿਤ ਮਰਿਆਦਾ, ਅਸੂਲ ਜਿਹੜੇ ਉਹਨਾਂ ਵਿੱਚ ਸ਼ਾਮਲ ਹੋ ਰਹੇ ਨੇ, ਉਹ ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਅਸੂਲਾਂ ਤੇ ਜਾਂ ਸਿੱਖੀ ਧਰਮ ਨਾਲ ਜੁੜੇ ਹੋਏ ਨੇ। ਜੇ ਜੁੜੇ ਹੁੰਦੇ ਤਾਂ ਮੈਂ ਬਹੁਤ ਇਹੋ ਜਿਹੇ ਗਰੀਬ ਸਿੱਖ ਵੀ ਦੇਖੇ ਨੇ ਜਿਹੜੇ ਆਪਣਾ ਗੁਜ਼ਾਰਾ ਕਰਦੇ ਨੇ, ਕਿਤੋਂ ਮੰਗ ਕੇ ਨਹੀਂ ਖਾਂਦੇ, ਦਿਹਾੜੀ ਦੱਪਾ ਲਾਉਂਦੇ ਨੇ, ਜਾਂ ਜਿਵੇਂ ਵੀ ਮਤਲਬ ਕਿ ਆਪਣੇ ਗੁਰੂ ਦੇ ਆਸਰੇ ਉਹ ਜਿਉਂਦੇ ਨੇ। ਪਰ ਜਿਹੜੇ ਇਹ ਜਾ ਰਹੇ ਨੇ, ਇਹਨਾਂ ਨੂੰ ਸਿੱਖੀ ਦਾ ਨਾਮ ਕਿਉਂ ਦਿੱਤਾ ਜਾ ਰਿਹਾ? ਇਹ ਲੱਗਦਾ ਕਿਉਂਕਿ ਉਹ ਤਾਂ ਵੱਖੋ ਵੱਖਰੇ ਭਾਈਚਾਰਿਆਂ ਦੇ ਵਿੱਚੋਂ ਨੇ, ਦਲਿਤ ਭਾਈਚਾਰੇ ਚੋਂ ਵੱਡੀ ਗਿਣਤੀ ਦੇ ਵਿੱਚ ਨੇ। ਜੇ ਸਿੱਖੀ ਦੇ ਨਾਲ ਜੋੜੋਗੇ ਤਾਂ ਫਿਰ ਉਹ ਅਸੂਲ ਤਾਂ ਇਹ ਚ ਨਜ਼ਰ ਨਹੀਂ ਆਉਂਦੇ ਕਿ ਉਸ ਉਹਨਾਂ ਅਸੂਲਾਂ ਦੀ ਪਾਲਣਾ ਕਰਦੇ ਨੇ ਜੋ ਗੁਰੂ ਸਾਹਿਬ ਨੇ ਕਿਹਾ। ਇਹ ਹੋਰ ਅਗਲੀ ਗੱਲ ਚਲੇਗੀ, ਸਟੈਪ ਥੋੜਾ ਡੀਪਲੀ ਚਲੇ ਗਿਆ। ਜਿਹੜਾ ਸਵਾਲ ਤੁਸੀਂ ਕੀਤਾ ਇਹ ਥੋੜਾ ਡੀਪਲੀ ਸਵਾਲ ਹੈ। ਇਹ ਕੁਝ ਢਿੱਲੇ ਸਿੱਖ ਆ, ਜਿਹੜੇ ਸਿੱਖ ਘਰਾਣਿਆਂ 'ਚ ਜੰਮੇ ਆ, ਸਿੱਖ ਘਰਾਣਿਆਂ 'ਚ ਪੈਦਾ ਹੋਏ ਆ, ਪਰ ਇਹਨਾਂ ਨੇ ਰਹਿਤ ਮਰਿਆਦਾ ਫੇਥ ਨੂੰ ਫਾਲੋ ਨਹੀਂ ਕੀਤਾ ਤੇ ਢਿੱਲਾਪਣਾ ਆਉਣ ਕਰਕੇ ਮਰਿਆਦਾ ਤੋਂ ਭਗੌੜੇ ਹੋ ਗਏ। ਬਹੁਤ ਸਾਰੇ ਜਿਹੜੇ ਜਥੇਦਾਰ ਨੇ ਗੁਰਸਿੱਖ, ਉਹਨਾਂ ਦੇ ਗਾਂ ਬੱਚੇ ਜਿਹੜੇ ਆ ਉਹ ਸਿੱਖੀ ਧਾਰਨ ਨਹੀਂ ਕਰਦੇ, ਉਹ ਪਤਿਤ ਹੋ ਜਾਂਦੇ ਆ। ਪਰ ਉਹ ਸਿੱਖ ਘਰਾਣਿਆਂ ਦਾ ਉਹਨਾਂ ਦਾ ਜਨਮ ਹੈ, ਠੀਕ ਆ, ਉਹਨਾਂ ਨੇ ਸਕੂਲਾਂ ਨੂੰ ਅਸੂਲਾਂ ਨੂੰ ਧਾਰਨ ਨਹੀਂ ਕੀਤਾ। ਅੱਜ ਨਹੀਂ ਕੱਲ ਨਹੀਂ ਪਰਸੋਂ ਇੱਕ ਦਿਨ ਉਹਨਾਂ ਨੂੰ ਸਮਝ ਆਏਗੀ ਤਾਂ ਉਹ ਸਾਬਤ ਸੂਰਤ ਹੋਣਗੇ, ਤਾਂ ਅਸੂਲਾਂ ਦਾ ਜਿਹੜਾ ਹੈਗਾ ਉਹ ਅਸੂਲ ਧਾਰਨ ਕਰਕੇ ਮੁੜ ਆਪਣੇ ਧਰਮ ਦੇ ਵਿੱਚ ਜਿਹੜਾ ਹੈਗਾ ਉਹ ਵਿਚਰਨਗੇ। ਇਹ ਜਿਹੜੇ ਸਿੱਖ ਜਿਹੜੇ ਸਾਡੇ ਹੈਗੇ, ਮੈਂ ਸਮਝਦਾ ਕਿ ਹਾਂ ਰਹਿਤ ਮਰਜ਼ਾਦਾ ਤੋਂ ਕੁਛ ਅਣਜਾਣ ਹੋ ਸਕਦੇ ਆ, ਕੁਝ ਢਿੱਲੇ ਹੋ ਸਕਦੇ, ਕੋਈ ਆਰਥਿਕ ਪੱਖੋਂ ਕਮਜ਼ੋਰ ਲਾਲਚ ਦੇ ਵਿੱਚ ਇਸ ਤਰ੍ਹਾਂ ਲਾਇਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਆਰਥਿਕ ਪੱਖੋਂ ਗਰੀਬ ਗੁਰਸਿੱਖ ਜਿਹੜੇ ਆ ਉਹ ਵੀ ਧਰਮ ਤੇ ਖੜੇ ਰਹਿੰਦੇ ਆ। ਸਾਡੇ ਧਰਮ ਨੂੰ ਤੇ ਜਲਾਦਾਂ ਦੇ ਆਰੇ ਤੇ ਟੋਕੇ ਤੇ ਸਰਹੰਦ ਦੀਆਂ ਨੀਹਾਂ, ਤੱਤੀਆਂ ਤਵੀਆਂ ਨਹੀਂ ਤਬਦੀਲ ਕਰਾ ਸਕੀਆਂ। ਉੱਥੇ ਆ ਜਾਂਦੀ ਅਣਖ ਤੇ ਗੈਰਤ ਦੀ ਗੱਲ, ਧਰਮ ਦੀਆਂ ਰੋਹ ਰੀਤਾਂ ਮਰਿਆਦਾ ਦੀ ਗੱਲ। ਪਰ ਜਿਹੜੇ ਕੁਝ ਢਿੱਲੇ ਸਿੱਖ ਆ, ਜਿਹੜੇ ਤਿਆਰ ਬਰ ਤਿਆਰ ਸਿੱਖ ਆ, ਉਹਨਾਂ ਨੂੰ ਤਾਂ ਕੋਈ ਵੀ ਨਾ ਜਲਾਦਾਂ ਦੇ ਟੋਕੇ, ਨਾ ਫਾਂਸੀਆਂ ਦੇ ਰੱਸੇ, ਉਹਨਾਂ ਨੂੰ ਕੋਈ ਵੀ ਡਲਾ ਨਹੀਂ ਸਕੇ। ਪਰ ਜਿਹੜੇ ਕੁਝ ਢਿੱਲੜ ਸਿੱਖ, ਮੈਂ ਸਮਝਦਾ ਵੀ ਰਹਿਤ ਮਰਿਆਦਾ, ਧਰਮ ਦੀ ਮਰਿਆਦਾ ਤੋਂ ਅਵੇਸਲੇ ਆ, ਧਰਮ ਦੀਆਂ ਰੋਹ ਰੀਤਾਂ, ਧਰਮ ਦੇ ਇਤਿਹਾਸ ਤੋਂ, ਬਾਣੀ ਬਾਣੇ ਤੋਂ ਦੂਰ ਆ, ਉਹ ਥੋੜੇ ਇਸ ਤਰੀਕੇ ਦੇ ਨਾਲ ਉਧਰ ਜਿਹੜਾ ਹੈਗਾ ਉਹ ਪਰਿਵਰਤ ਹੋ ਜਾਂਦੇ ਆ। ਪਰ ਉਹਨਾਂ ਨੂੰ ਵੀ ਜਿਹੜਾ ਹੈਗਾ ਕਿਸੇ ਨੂੰ ਕੋਈ ਹੱਕ ਨਹੀਂ। ਹਾਂ, ਸਾਡੀਆਂ ਕਮੀਆਂ ਹੋ ਸਕਦੀਆਂ ਨੇ ਕਿ ਸਾਡੀਆਂ ਸੰਸਥਾਵਾਂ ਨੇ, ਸਾਡੀਆਂ ਸ਼੍ਰੋਮਣੀ ਸੰਸਥਾਵਾਂ ਉਹਨਾਂ ਤੱਕ ਪਹੁੰਚ ਨਹੀਂ ਕੀਤੀ, ਉਹਨਾਂ ਨੂੰ ਤਾਂ ਮਰਿਆਦਾ ਬਾਣੀ ਬਾਣੇ ਦੇ ਧਾਰਨੀ ਨਹੀਂ ਬਣਾਇਆ। ਪਰ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਜੇ ਉਹ ਕੁਛ ਢਿੱਲੜ ਨੇ ਜਾਂ ਸਾਡੀਆਂ ਸੰਸਥਾਵਾਂ ਅਵੇਸਲੀਆਂ ਹੋ ਗਈਆਂ ਤੇ ਉਹਨਾਂ ਦਾ ਧਰਮ ਤਬਦੀਲ ਕਰਾ ਦਿਓ, ਉਹਨਾਂ ਨੂੰ ਜਿਹੜਾ ਹੈਗਾ ਸਿੱਖੀ ਚੋਂ ਕੱਢ ਕੇ ਬਿਲਕੁਲ ਪਾਸੇ ਲੈ ਜਾਓ। ਇਸ ਗੱਲ ਦੀ ਸਿੱਖ ਪੰਥ ਜਿਹੜਾ ਇਜਾਜ਼ਤ ਨਹੀਂ ਦੇਗਾ। ਜੇ ਉਹ ਢਿੱਲੜ ਸਿੱਖ ਨੇ ਤਾਂ ਦਾਦੂਵਾਲ ਸਾਹਿਬ ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਕੀ ਜਿਵੇਂ ਹੁੰਦਾ ਨਾ ਕਿ ਮਾਪਿਓ ਸਿਖਾਉਂਦੇ ਨੇ ਕਿ ਬੱਚਿਓ ਤੁਸੀਂ ਆਹ ਰਹਿਤ ਮਰਿਆਦਾ ਰੱਖਣੀ ਹੈ, ਗੁਰਸਿੱਖੀ ਜੀਵਨ, ਜਿਵੇਂ ਸਾਨੂੰ ਵੀ ਸਾਡੇ ਮਾਪਿਓ ਨੇ ਇਸ ਪਾਸੇ ਜੋੜੀ ਰੱਖਿਆ ਤੇ ਅੱਜ ਅਸੀਂ ਵੀ ਉਸ ਪਾਸੇ ਵੱਲ ਆ। ਸਾਡੇ 'ਚ ਨਹੀਂ ਕਦੇ ਮਨਾਂ ਦੇ ਵਿੱਚ ਧਰਮ ਪਰਿਵਰਤਨ ਦੀ ਗੱਲ ਆਈ। ਪਰ ਜੇ ਉਹ ਢਿੱਲੜ ਨੇ, ਕੀ ਇਹ ਸਿਰਫ ਪਰਿਵਾਰਕ ਤੱਕ ਸੀਮਤ ਰੱਖਿਆ ਜਾਏ ਕਿ ਪਰਿਵਾਰਕ ਤੌਰ ਤੇ ਸਿੱਖਿਆ ਨਹੀਂ ਮਿਲੀ, ਜਾਂ ਫਿਰ ਜਿਹੜੀਆਂ ਸਾਡੀਆਂ ਪੰਥਕ ਸੰਸਥਾਵਾਂ ਨੇ, ਜਿਵੇਂ ਵਾਰ-ਵਾਰ ਸਵਾਲ ਉੱਠ ਜਾਂਦਾ ਕਿ ਸ਼੍ਰੋਮਣੀ ਕਮੇਟੀ ਨੇ ਕੀ ਕੀਤਾ, ਪੰਥਕ ਜਿਹੜੀ ਪੰਜਾਬ ਦੇ ਵਿੱਚ 10 ਸਾਲ ਰਾਜ ਕਰ ਗਏ ਲਗਾਤਾਰ ਅਕਾਲੀ ਦਲ, ਉਹਨਾਂ ਨੇ ਕੀ ਕੀਤਾ? ਕੀ ਸਵਾਲ ਉਹਨਾਂ ਤੱਕ ਜਾਇਜ਼ ਰਹਿਣਾ ਚਾਹੀਦਾ ਹੈ ਸਿਰਫ? ਨਹੀਂ, ਸਭ ਤੋਂ ਪਹਿਲੀ ਗੱਲ ਤਾਂ ਹੈਗੀ ਆ ਜੋ ਗੁਰੂ ਬਾਣੀ ਨੇ ਕਿਹਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਆ। ਸਭ ਤੋਂ ਪਹਿਲਾਂ ਤੇ ਮਾਂ-ਬਾਪ ਦੀ ਜ਼ਿੰਮੇਵਾਰੀ ਹੈ, ਘਰ ਪਰਿਵਾਰ ਦੀ ਜ਼ਿੰਮੇਵਾਰੀ ਹੈ। ਸਭ ਤੋਂ ਪਹਿਲਾਂ ਤਾਂ ਢਿੱਲੜਪੁਣਾ ਮਾਤਾ ਪਿਤਾ ਵਿੱਚ ਆਇਆ ਕਿ ਉਹ ਬੱਚਿਆਂ ਨੂੰ ਦ੍ਰਿੜ ਨਹੀਂ ਕਰਾ ਸਕੇ। ਉਸ ਤੋਂ ਬਾਅਦ ਹੁੰਦੀਆਂ ਨੇ ਸੰਸਥਾਵਾਂ ਦਾ ਜ਼ਿਕਰ, ਉਸ ਤੋਂ ਬਾਅਦ ਜਿਹੜੀਆਂ ਧਰਮ ਦੀਆਂ ਸੰਸਥਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਪਰ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਜਿਹੜੀਆਂ ਉਹ ਜ਼ਿਆਦਾ, ਤੁਹਾਨੂੰ ਪਤਾ ਕਿ ਸਿਆਸੀ ਪਰਿਵਾਰਾਂ ਦੀ, ਤਾਂ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਉਣੀ ਸੀ, ਜਿਨ੍ਹਾਂ ਨੇ ਆਪਣੀ ਸਿੱਖੀ ਫੁਲਵਾੜੀ ਨੂੰ ਸੰਭਾਲਣਾ ਸੀਗਾ, ਉਹ ਸਿਆਸਤ ਦੀ ਭੇਟ ਚੜ੍ਹ ਗਈ। ਉਹਨਾਂ ਨੂੰ ਸੱਤਾ ਹੀ ਸਾਰਾ ਕੁਝ ਜਾਪਣ ਲੱਗ ਗਈ, ਜਾਂ ਸੱਤਾ ਤੇ ਬੈਠੇ ਪਰਿਵਾਰ ਹੀ ਉਹਨਾਂ ਨੇ ਸਾਰਾ ਕੁਝ ਆਪਣੇ ਜਿਹੜੇ ਸੀ ਰਹਿਨੁਮਾ ਬਣਾ ਲਏ। ਤਾਂ ਜਿਸ ਕਾਰਨ ਕਰਕੇ ਸਾਰਾ ਜਿਹੜਾ ਪੰਥ ਦਾ ਸਰਮਾਇਆ ਸੀ ਉਸ ਪਾਸੇ ਖਰਚ ਕਰ ਦਿੱਤਾ, ਉਹਨਾਂ ਦੀਆਂ ਕੁਰਸੀਆਂ ਦੇ ਵਾਸਤੇ, ਉਹਨਾਂ ਦੀ ਸਿਆਸਤ ਦੇ ਵਾਸਤੇ, ਤੇ ਇਹਨਾਂ ਸਿੱਖਾਂ ਦਾ ਖਿਆਲ ਨਹੀਂ ਕੀਤਾ ਗਿਆ। ਜਿਸ ਕਾਰਨ ਕਰਕੇ ਮੈਂ ਸਮਝਦਾ ਕਿ ਜਿਹੜੀ ਢਲਿਆਈ ਆਈ ਹੈ, ਕਾਰਨ ਅਸਲ ਦੇ ਵਿੱਚ ਇਹ ਹੈ ਕਿ ਕੁਝ ਤਾਂ ਆਪਣਾ ਮਾਤਾ ਪਿਤਾ ਦੀ ਪਰਿਵਾਰ ਦੀ ਢਲਿਆਈ ਆ। ਉਸ ਤੋਂ ਬਾਅਦ ਜਿਹੜਾ ਹੈਗੀਆਂ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ, ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ, ਉਹਨਾਂ ਨੂੰ ਵੀ ਅਸੀਂ ਇਸ ਗੱਲ ਤੋਂ ਬਰੀ ਨਹੀਂ ਕਰ ਸਕਦੇ। ਅੱਜ ਦੇਖੋ, ਜੇ ਯਤਨ ਕੀਤੇ, ਅੱਜ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾ ਕੇ ਧਰਮ ਪ੍ਰਚਾਰ ਕੇਂਦਰ ਖੋਲ੍ਹਿਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ। ਤਾਂ ਪਿਛਲੇ ਦਿਨਾਂ 'ਚ 1 ਮਹੀਨਾ ਜੇ ਪੂਰਾ ਨਹੀਂ ਸੀ ਹੋਇਆ ਸੈਂਟਰ ਖੋਲ੍ਹੇ ਨੂੰ, 12 ਪਰਿਵਾਰਾਂ ਦੀ ਵਾਪਸੀ ਹੋ ਗਈ। 12 ਪਰਿਵਾਰਾਂ ਨੇ ਵਾਪਸੀ ਕੀਤੀ। ਉਸ ਤੋਂ ਬਾਅਦ ਵੀ ਕਿੰਨੇ ਪਰਿਵਾਰ ਜਿਹੜੇ ਆ ਉਹ ਵਾਪਸ ਆ ਰਹੇ ਆ, ਜਿਹੜੇ ਇਸ ਤਰੀਕੇ ਨਾਲ ਚਲੇ
ਬਾਰੇ ਦੱਸਿਆ, ਸਿੱਖ ਇਤਿਹਾਸ ਬਾਰੇ ਦੱਸਿਆ, ਉਹਨਾਂ ਨੂੰ ਆਪਣੀਆਂ ਰਹੁ ਰੀਤਾਂ ਮਰਿਆਦਾ ਦਾ ਪਤਾ ਲੱਗਾ, ਤਾਂ ਉਹਨਾਂ ਦੀ ਡਰਾਮੇਬਾਜ਼ੀ ਦੇ ਵਿੱਚੋਂ ਜਿਹੜੇ ਪਾਸਟਰ, ਨਕਲੀ ਪਾਸਟਰ ਡਰਾਮੇਬਾਜ਼ੀ ਕਰ ਰਹੇ ਸੀਗੇ, ਉਹਨਾਂ ਦੇ ਗੁੰਮਰਾਹਕੁਨ ਪ੍ਰਚਾਰ ਦੇ ਵਿੱਚੋਂ ਨਿਕਲ ਕੇ ਤੇ ਆਪਣੇ ਧਰਮ 'ਚ ਵਾਪਸੀ ਕੀਤੀ ਆ। ਅੱਜ ਸੰਸਥਾਵਾਂ ਇਸ ਪਾਸੇ, ਅੱਜ ਮੈਂ ਚਾਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਪਰਦਾਵਾਂ, ਟਕਸਾਲਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਭਾ ਸੁਸਾਇਟੀਆਂ, ਚੀਫ ਖਾਲਸਾ ਦੀਵਾਨ, ਸਾਰੇ ਇਸ ਪਾਸੇ ਧਿਆਨ ਦੇਣ। ਤੇ ਕੋਈ, ਮੈਂ ਸਮਝਦਾ ਵੀ ਕੋਈ ਪਾਸੇ ਜਾ ਹੀ ਨਹੀਂ ਸਕਦਾ। ਇਹ ਵੀ ਇੱਥੇ ਇਹਨਾਂ ਦਾ ਵੀ ਕਸੂਰ, ਸਾਡੀਆਂ ਸੰਸਥਾਵਾਂ ਦਾ ਵੀ ਕਸੂਰ ਰਿਹਾ, ਉਹ ਵੀ, ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਇਸ ਮਸਲੇ 'ਚੋਂ ਬਰੀ ਨਹੀਂ ਕਰ ਸਕਦੇ। ਜੀ, ਜਦੋਂ ਅਸੀਂ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਜਾਂ ਉਹ ਲੋਕ ਜਿਹੜੇ ਜਾ ਕੇ ਇਹਨਾਂ ਨਾਲ ਜੁੜ ਜਾਂਦੇ ਨੇ, ਈਸਾਈ ਭਾਈਚਾਰੇ ਵਿੱਚ ਜਾਂਦੇ ਨੇ, ਆਪਣੇ ਦੁੱਖ ਤਕਲੀਫਾਂ ਦੇ ਮਾਰੇ ਉਹ ਸਾਰੇ ਪਾਸੇ ਜਾਂਦੇ ਨੇ, ਉਹ ਜਿੱਥੋਂ ਉਹਨਾਂ ਦੀ ਆਸਥਾ ਪੂਰੀ ਹੁੰਦੀ ਹੈ ਫਿਰ ਉਹਦੇ ਨਾਲ ਜੁੜ ਜਾਂਦੇ ਨੇ ਪੱਕੇ। ਉਹਨਾਂ ਦੇ ਮਤਲਬ ਸ਼ਿਕਵੇ ਨੇ ਕਿ ਸਾਨੂੰ ਹੀਣਤਾ ਮਹਿਸੂਸ ਕਰਾਈ ਜਾਂਦੀ ਹੈ, ਸਾਨੂੰ ਉਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਵਾਂਗੂ ਨਹੀਂ ਰੱਖਿਆ ਜਾਂਦਾ। ਤੁਸੀਂ ਵੀ ਲੰਮੇ ਸਮੇਂ ਤੋਂ ਪ੍ਰਚਾਰ ਕਰ ਰਹੇ ਹੋ, ਇਹਦੇ ਬਾਵਜੂਦ ਵੀ ਬਹੁਤ ਸਿੱਖ ਸੰਸਥਾਵਾਂ, ਚਲੋ ਸੰਤ ਮਹਾਂਪੁਰਖ ਪ੍ਰਚਾਰ ਕਰ ਰਹੇ ਨੇ, ਉਹਦੇ ਬਾਵਜੂਦ ਪੰਜਾਬ ਦੇ ਵਿੱਚ ਜਿਵੇਂ ਕਹਿੰਦੇ ਕਿ ਨਾ ਤਾਂ ਗੁਰਦੁਆਰੇ ਇੱਕ ਹੋ ਸਕੇ, ਨਾ ਮੜੀਆਂ ਜਿਹੜੀਆਂ ਇੱਕ ਹੋ ਸਕੀਆਂ, ਸਿਵੇ ਇੱਕ ਹੋ ਸਕੇ, ਉਹ ਵੀ ਵੱਖੋ ਵੱਖਰੇ, ਫਿਰ ਉਹਨਾਂ ਨੂੰ ਥਾਂ ਨਾ ਮਿਲਣਾ। ਜੇ ਇਸ ਤਰ੍ਹਾਂ ਦੇ ਜ਼ਰੂਰ ਉਣਤਾਈਆਂ ਰਹੀਆਂ ਨੇ, ਜ਼ਰੂਰ ਉਣਤਾਈਆਂ ਰਹੀਆਂ ਨੇ ਕਿ ਦੇਖੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਵੀ ਪੱਖਪਾਤ ਹੋਇਆ, ਗੁਰੂ ਘਰਾਂ ਦੇ ਵਿੱਚ ਵੀ ਕਈ ਥਾਈਂ ਅੰਮ੍ਰਿਤ ਦੇ ਬਾਟੇ ਹੀ ਦੋ ਕਰ ਦਿੱਤੇ, ਕਈ ਜਗ੍ਹਾ ਲੰਗਰ ਦੇ ਬਰਤਨ ਵੀ ਜਿਹੜੇ ਵੱਖਰੇ ਕਰ ਦਿੱਤੇ। ਪਰ ਗੁਰੂ ਸਾਹਿਬਾਨ ਦਾ ਸਿਧਾਂਤ ਜਿਹੜਾ ਹੈਗਾ, ਉਹਨਾਂ ਨੇ ਤਾਂ ਆਖਿਆ, ਜਾਣੋ ਜੋਤ ਨਾ ਪੁੱਛੋ ਜਾਤੀ ਆਗਿਆ ਜਾਤ ਨਾ ਇਹ, ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਨ ਉੱਥੇ ਨਦਰ ਤੇਰੀ ਬਖਸ਼ੀਸ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ, ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ को सरदार बनाऊं, चिड़ियों से मैं बाज तड़ाऊं, गिदड़ा तो मैं शेर बनाऊं, सवा लाख से एक लड़ाऊं, तबे गोबिंद ਸਿੰਘ ਨਾਮ ਕਹਾऊं। ਗੁਰੂ ਸਾਹਿਬ ਨੇ ਤੇ ਇੱਕ ਖੰਡੇ ਬਾਟੇ ਦਾ ਅੰਮ੍ਰਿਤ, ਇੱਕ ਸੰਗਤ ਪੰਗਤ ਦਾ ਸਿਧਾਂਤ ਦਿੱਤਾ, ਪਰ ਕਮੀਆਂ ਕਿਤੇ ਇੱਥੇ ਵੀ ਆਈਆਂ ਨੇ ਕਿ ਜਿਹੜੇ ਆਪਣੇ ਆਪ ਨੂੰ ਦਲਿਤ ਭਰਾ ਕਹਾਉਂਦੇ, ਦੇਖੋ ਗੁਰੂ ਸਾਹਿਬ ਨੇ ਤਾਂ ਕੋਈ ਦਲਿਤ ਲਫ਼ਜ਼ ਦਿੱਤਾ ਹੀ ਨਹੀਂ, ਸਾਰੇ ਬਰਾਬਰ ਆ। ਪਰ ਉੱਥੇ ਕਈ ਸਰਕਾਰੀ ਜਿਹੜੀਆਂ ਹੈ ਨਾ, ਡਿਵਾਈਡ ਐਂਡ ਰੂਲ ਜਿਵੇਂ ਹੁੰਦਾ, ਪੜ੍ਹੋ ਤੇ ਰਾਜ ਕਰੋ, ਸਰਕਾਰ ਨੇ ਜਿਸ ਤਰ੍ਹਾਂ ਵੰਡਿਆ ਭਾਈਚਾਰਿਆਂ ਦੇ ਤੌਰ ਤੇ, ਫਿਰ ਰਿਜ਼ਰਵੇਸ਼ਨ ਹੈ ਉਹਦੇ ਵਿੱਚ ਵੰਡਿਆ। ਉਹਦੇ ਵਿੱਚ ਤੁਸੀਂ ਦੇਖੋ ਵੀ ਜਦੋਂ ਜਿਹੜੇ ਇਸ ਭਾਈਚਾਰੇ ਦੇ ਲੋਕ ਆ, ਉਹ ਕੀ ਕਰਦੇ ਆ ਕਿ ਸਰਕਾਰੀ ਲਾਭ ਲੈਣ ਵਾਸਤੇ, ਉੱਥੇ ਤਾਂ ਅਸੀਂ ਕਹਿੰਦੇ ਆ ਕਿ ਅਸੀਂ ਐਸੀ ਆ, ਅਸੀਂ ਜਿਹੜੇ ਹੈਗਾ ਕਮਜ਼ੋਰ ਆ, ਤੇ ਉੱਥੇ ਜਾ ਕੇ ਅਸੀਂ ਜਿਹੜਾ ਰਿਜ਼ਰਵੇਸ਼ਨ ਦਾ ਲਾਹਾ ਲੈਣਾ ਚਾਹੁੰਦੇ, ਉੱਥੇ ਅਸੀਂ ਆਪ ਲਾਹੇ ਨਾ, ਤੇ ਜੇ ਕੋਈ ਕਹਿ ਦਿੰਦਾ ਤਾਂ ਉਹਦੇ ਤੇ SC ਐਕਟ ਦਾ ਪਰਚਾ ਵੀ ਦਰਜ ਹੁੰਦਾ। ਤੁਸੀਂ ਦੇਖੋ ਉੱਥੇ ਜਾ ਕੇ, ਉੱਥੇ ਅਸੀਂ ਕਹਿੰਦੇ ਵੀ ਅਸੀਂ ਬਰਾਬਰ, ਜੇ ਗੁਰੂ ਸਾਹਿਬ ਨੇ ਬਰਾਬਰ ਬਣਾਤਾ ਤੇ ਬਰਾਬਰਤਾ ਰੱਖੋ ਹਰ ਗੱਲ ਦੇ ਵਿੱਚ, ਰਿਜ਼ਰਵੇਸ਼ਨ ਦੀ ਲੋੜ ਹੀ ਨਹੀਂ ਆ। ਮੈਂ ਸਮਝਦਾ ਕਿ ਪੜ੍ਹਾਈ ਕਰਕੇ ਚੰਗੇ ਨੰਬਰ ਲੈ ਕੇ ਮੈਰਿਟ ਦੇ ਨਾਲ ਨੌਕਰੀ ਲਓ, ਨਾ ਕਿ ਹੁਣ ਕੀ ਹੁੰਦਾ, ਜਰਨਲ ਦਾ ਜਿਹੜਾ ਹੈਗਾ ਉਹ 70-80% ਲੈਣ ਵਾਲਾ, ਜਿਹੜਾ ਪਰਸੈਂਟੇਜ ਵਾਲਾ, ਉਹ ਨੌਕਰੀ ਤੋਂ ਰਹਿ ਜਾਂਦਾ, ਪਰ ਜਿਹੜਾ ਦਲਿਤ ਕਹਿ ਕੇ SC ਕੋਟੇ ਦੇ ਵਿੱਚੋਂ 40-50% ਵਾਲਾ ਪਰਸੈਂਟੇਜ ਵਾਲਾ ਜਿਹੜਾ, ਉਹ ਵੀ ਨੌਕਰੀ ਤੇ ਲੱਗ ਜਾਂਦਾ। ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ, ਇੱਕ ਤਾਂ 100 ਕਿਲੋਮੀਟਰ ਦੀ ਸਪੀਡ ਤੇ ਦੌੜਨ ਵਾਲਾ ਜਿਹੜਾ ਹੈਗਾ ਉਹ ਰਹਿ ਜਾਂਦਾ ਵਾ, ਕਿਉਂਕਿ ਉਹ ਜਰਨਲ ਕੋਟੇ ਦਾ, ਤੇ ਇੱਕ ਜਿਹੜਾ 40 ਕਿਲੋਮੀਟਰ ਦੀ ਸਪੀਡ ਤੇ ਦੌੜਨ ਵਾਲਾ, ਉਹ ਦਲਿਤ ਕੋਟੇ ਦੇ ਵਿੱਚੋਂ ਉਹਨੂੰ ਨੌਕਰੀ ਮਿਲ ਜਾਂਦੀ ਹੈ। ਸੋ ਇਸ ਤਰੀਕੇ ਦੇ ਨਾਲ ਇਹ ਫਰਕ ਜਿਹੜਾ ਵੱਖਵਾਦ ਉਹਨਾਂ ਵੱਲੋਂ ਵੀ ਪਾਇਆ ਜਾਂਦਾ, ਵੀ ਆਪਾਂ ਜਦੋਂ ਲਾਹਾ ਲੈਣਾ ਹੁੰਦਾ ਵਾ SC ਕੋਟੇ ਦਾ, ਉਦੋਂ ਅਸੀਂ ਖੁਦ SC ਕਹਾਉਂਦੇ ਆ, ਖੁਦ ਆਪਾਂ ਦਲਿਤ ਕਹਾਉਂਦੇ ਆ। ਦੂਸਰੇ ਪਾਸੇ ਜਿੱਥੇ ਅਸੀਂ ਬਰਾਬਰਤਾ ਕਰਨੀ, ਉੱਥੇ ਜਾ ਕੇ ਅਸੀਂ ਕਹਿੰਦੇ ਬਰਾਬਰ ਆ। ਇੱਕੋ ਗੱਲ ਰੱਖੀ ਜਾਵੇ ਵੀ ਅਸੀਂ ਬਰਾਬਰਤਾ ਚਾਹੀਏ, ਸਾਨੂੰ ਨਹੀਂ ਚਾਹੀਦੀ ਰਿਜ਼ਰਵੇਸ਼ਨ, ਸਾਨੂੰ ਨਹੀਂ ਚਾਹੀਦਾ ਦੂਸਰਾ ਕੁਛ, ਅਸੀਂ ਪੜ੍ਹਾਈ ਕਰਕੇ ਮੈਰਿਟ ਦੇ ਆਧਾਰ ਤੇ ਨੌਕਰੀ ਲਾਂਗੇ, ਇਹ ਸਾਰਾ ਕੁਝ ਖਤਮ। ਇਹ ਤਾਂ ਸਿਆਸੀ ਲੋਕਾਂ ਨੇ ਤਾਂ ਵੰਡੀਆਂ ਪਾਈਆਂ ਨੇ, ਸਿਆਸਤਾਂ ਵੰਡਦੀ ਆ, ਪਰ ਸਾਨੂੰ ਇਸ ਬਾਰੇ ਜਿਹੜਾ ਜ਼ਰੂਰ ਸਮਝਣਾ ਚਾਹੀਦਾ, ਔਰ ਸਮਝਣਾ ਚਾਹੀਦਾ ਧਰਮ ਦੇ ਜਿਹੜੇ ਰਹਿਨੁਮਾ ਨੇ, ਧਰਮ ਦੇ ਪ੍ਰੀਚਰ ਨੇ, ਧਰਮ ਦੇ ਜਿਹੜੇ ਪ੍ਰਬੰਧਕ ਨੇ, ਜਿਹੜੇ ਸੰਸਥਾਵਾਂ ਦੇ, ਧਾਰਮਿਕ ਸੰਸਥਾਵਾਂ ਦੇ, ਉਹਨਾਂ ਨੂੰ ਪੱਖਪਾਤ ਤੋਂ ਰਹਿਤ ਹੋਣਾ ਚਾਹੀਦਾ। ਉਹਨਾਂ ਨੂੰ ਸਾਰਿਆਂ ਨੂੰ ਬਰਾਬਰਤਾ, ਗੁਰੂ ਸਾਹਿਬ ਨੇ ਇੱਕ ਸੰਗਤ ਪੰਗਤ ਦਿੱਤੀ ਆ, ਇੱਕ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ, ਇੱਕ ਗੁਰੂ ਹੈ, ਇੱਕ ਬਾਣੀ ਹੈ, ਇੱਕ ਇਨਸਾਨ ਹੈ, ਇੱਕ ਰਹਿਤ ਮਰਜ਼ਾਦਾ, ਸਾਰਿਆਂ ਵਾਸਤੇ ਬਰਾਬਰਤਾ ਵਾ। ਇਹ ਗੁਰੂ ਸਾਹਿਬ ਦੇ ਸਿਧਾਂਤ ਤੇ ਸਾਨੂੰ ਚੱਲ ਕੇ ਫਿਰ ਹੀ ਇਸ ਚੀਜ਼ ਨੂੰ ਖਤਮ ਕੀਤਾ ਜਾ ਸਕਦਾ।
ਜਿਹੜੇ ਈਸਾਈ ਧਰਮ ਦੇ ਸਿਰਮੌਰ ਪ੍ਰਚਾਰਕ ਨੇ ਬਿਸ਼ਪ, ਉਹਨਾਂ ਨੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ। ਉਹ ਕਹਿੰਦੇ ਕਿ ਇਹ ਜਿਹੜਾ ਚੱਲ ਰਿਹਾ ਜੋ ਕੁਝ ਪੰਜਾਬ ਦੇ ਵਿੱਚ, ਇਹਦਾ ਸਾਡੇ ਨਾਲ ਕੋਈ ਮਤਲਬ ਨਹੀਂ। ਮਤਲਬ ਉਹ ਕਹਿੰਦੇ ਕਿ ਬਾਹਰਲੀਆਂ ਏਜੰਸੀਆਂ ਫੰਡ ਕਰਦੀਆਂ, ਕੋਈ ਬਹੁਤ ਵੱਡੀ ਤਾਕਤ ਪਿੱਛੇ ਲੱਗੀ ਆ। ਕਈ ਵਾਰੀ ਇਹ ਵੀ ਸਵਾਲ ਉੱਠ ਜਾਂਦੇ ਨੇ ਕਿ ਕਿਤੇ ਆਰਐਸਐਸ ਦੇ ਥਰੂ ਤਾਂ ਨਹੀਂ ਇਹ ਸਾਰਾ ਕੁਝ ਹੋ ਰਿਹਾ, ਕਿਉਂਕਿ ਨੈਸ਼ਨਲ ਪੱਧਰ ਤੇ ਹਿੰਦੂਤਵੀ ਏਜੰਡਾ ਚੱਲਦਾ। ਤੁਸੀਂ ਮੰਨਦੇ ਹੋ ਕਿ ਵਾਕਈ ਕੀ ਆਪਣੀਆਂ ਕਮਜ਼ੋਰੀਆਂ ਨਹੀਂ ਦੇਖਣੀਆਂ ਚਾਹੀਦੀਆਂ ਜਦੋਂ ਅਸੀਂ ਆਰਐਸਐਸ ਤੇ ਸਵਾਲ ਚੁੱਕ ਦਿੰਦੇ ਆ ਜਾਂ ਸਰਕਾਰਾਂ ਤੇ ਚੁੱਕ ਦਿੰਦੇ ਆ? ਜਦੋਂ ਅਸਲ ਕਹਾਣੀ ਉਹੀ ਪੰਜਾਬੀ ਦੀ ਕਹਾਵਤ ਆ, ਕਹਿੰਦੇ ਮੰਦਾ ਕੁੱਤਾ ਆਪਣਾ ਤਾਂ ਕਿਸੇ ਨੂੰ ਕੀ ਆਖਣਾ। ਜੇ ਸਾਡੇ ਨਾਂ ਦੇ ਉੱਤੇ ਕੋਈ ਨਕਲੀ ਪਾਸਟਰ ਲੱਗੇ ਹੋਏ ਤਾਂ ਸਾਨੂੰ ਕੰਟਰੋਲ ਕਰਨ ਦੀ ਲੋੜ ਆ। ਅਸੀਂ ਕਿਸੇ ਨੂੰ ਜਿਹੜਾ ਹੈਗਾ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਸਾਨੂੰ ਪਹਿਲਾਂ ਆਪ ਨੜੇ ਗਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਬਾਣੀ ਦੇ ਬਚਨ, ਬਾਬਾ ਫਰੀਦ ਸਾਹਿਬ ਦੀ ਬਾਣੀ। ਸਾਨੂੰ ਆਪ ਨੜੇ ਗਰੀਵਾਨ 'ਚ ਝਾਤੀ ਮਾਰਨੀ ਚਾਹੀਦੀ, ਸਾਡੇ ਅੰਦਰ ਕੀ ਕੁਝ ਹੋ ਰਿਹਾ, ਸਾਡੇ ਨਾਂ ਤੇ ਕੀ ਕੁਝ ਹੋ ਰਿਹਾ ਵਾ। ਤੇ ਇਕੱਲਾ ਵੀ ਉਹਨਾਂ ਦੇ ਨਾਂ ਤੇ ਨਕਲੀ ਪਾਸਟਰ ਆ। ਸਾਡੇ ਸਿੱਖ ਧਰਮ ਦੇ ਅੰਦਰ ਕਿਤਨੇ ਨਕਲੀ ਬਣੇ ਹੋਏ ਆ। ਗੁਰਦੁਆਰਿਆਂ ਦੇ ਅੰਦਰ ਕਈ ਪੁੱਛਾਂ ਦੇ ਰਹੇ ਆ, ਤਾਗੇ ਤਵੀਤ ਕਰ ਰਹੇ ਆ, ਨਸ਼ਿਆਂ ਦਾ ਰੁਝਾਨ ਆ, ਕਿੰਨਾ ਕੁਛ ਆ। ਜੇ ਅਫੀਮਾਂ ਖਾ ਕੇ, ਭੁੱਕੀਆਂ ਖਾ ਕੇ ਜਿਹੜਾ ਹੈਗਾ ਫੇਰ ਉਹ ਜਿਹੜਾ ਹੈਗਾ ਪਾਠ ਕਰਨ ਜਾਂ ਸੇਵਾ ਕਰਨ ਦੀ ਗੱਲ ਕਰਦੇ ਆ, ਤਾਂ ਫਿਰ ਇਹ ਸਾਡੇ ਅੰਦਰ ਵੀ ਬਹੁਤ ਕੁਛ ਐਸਾ ਜਿਹੜਾ ਹੁੰਝਾ ਫੇਰਨ ਦੀ ਲੋੜ ਆ। ਪਖੰਡਵਾਦ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾਂਦਾ ਵਾ। ਬਾਣੀ ਦੇ ਸ਼ਬਦ ਪੁੜੀਆਂ 'ਚ ਪਾ ਕੇ, ਤਵੀਤਾਂ 'ਚ ਪਾ ਕੇ ਦਿੱਤੇ ਜਾਂਦੇ ਆ ਗੁਰਦੁਆਰਿਆਂ ਦੇ ਅੰਦਰ। ਇਹ ਵੀ ਤੇ ਸਾਰਾ ਪਖੰਡਵਾਦ ਹੈ। ਸਾਨੂੰ ਵੀ ਅੰਦਰ ਝਾਤੀ ਮਾਰਨ ਦੀ ਲੋੜ ਹੈ, ਤੇ ਉਹਨਾਂ ਨੇ ਵੀ ਜਿਸ ਤਰ੍ਹਾਂ ਕਿਹਾ ਉਹਨਾਂ ਨੂੰ ਵੀ ਝਾਤ ਮਾਰਨ ਦੀ ਲੋੜ ਹੈ। ਕਿਸੇ ਨੂੰ ਕਸੂਰਵਾਰ ਠਹਿਰਾਉਣ ਤੋਂ ਪਹਿਲਾਂ ਅਸੀਂ ਆਪ ਝਾੜੂ ਫੇਰ ਕੇ ਆਪਣੇ ਅੰਦਰ, ਆਪਣੇ ਘਰ ਦੇ ਅੰਦਰ ਸਾਫ਼ ਸਫਾਈ ਜਿਹੜੀ ਆ ਉਹ ਕਰੀਏ। ਇੱਕ ਦੋ ਸਵਾਲ ਜਿਹੜੇ ਦਾਦੂਵਾਲ ਸਾਹਿਬ ਸਿਆਸੀ ਜ਼ਮੀਨ ਦੇ ਨਾਲ ਜੁੜ ਜਾਂਦੇ ਨੇ ਜਾ ਕੇ। ਬੰਦੀ ਸਿੰਘਾਂ ਦਾ ਮਸਲਾ, ਬੀਜੇਪੀ ਦੇ ਆਗੂ ਕਾਫੀ ਜਿਹੜੇ ਉਹ ਤੁਹਾਡੇ ਨਾਲ ਵੀ ਉਹਨਾਂ ਦੀ ਨੇੜਤਾ ਆ। ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆਉਂਦਾ। ਏਦਾਂ ਲੱਗਦਾ ਹੈ ਕਿ ਭਾਜਪਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਜ਼ਮੀਨ ਤਲਾਸ਼ ਰਹੀ ਹੈ ਸਿਆਸੀ ਤੌਰ ਤੇ ਕਿ ਇਹੋ ਜਿਹਾ ਮੁਹਾਜ਼ ਖੜਾ ਹੋਵੇ ਜਿਹੜਾ ਬਾਦਲਾਂ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਟੱਕਰ ਦੇ ਕੇ ਉੱਥੇ ਆਪਣੇ ਤੌਰ ਦੇ ਉੱਤੇ ਇੱਕ ਨਵਾਂ ਖੜਾ ਕੀਤਾ ਜਾਵੇ ਢਾਂਚਾ, ਤੇ ਉਹਦੇ ਥਰੂ ਜਿਹੜਾ ਪੰਜਾਬ ਦੇ ਵਿੱਚ ਆਪਣਾ ਪ੍ਰਚਾਰ ਕੀਤਾ ਜਾਵੇ, ਤੇ ਨਾਲ ਉਹਦੇ ਕਿਹਾ ਜਾਵੇ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰ ਰਹੇ ਹਾਂ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਿਹਰਾ ਕਿਸ ਨੂੰ ਮਿਲੇ। ਇਹੋ ਜਿਹਾ ਕੁਝ ਹੈ ਜਾਂ ਫਿਰ ਤੁਸੀਂ ਕੀ ਮੰਨਦੇ ਹੋ? ਦੇਖੋ, ਹਰੇਕ ਸਿਆਸੀ ਪਾਰਟੀ ਜਿਹੜੀ ਆ ਉਹ ਜ਼ੋਰ ਲਾਉਂਦੀ ਆ। ਹਰ ਪਾਰਟੀ ਰਾਜ ਭਾਗ ਕਰਨਾ ਚਾਹੁੰਦੀ ਆ, ਆਪੋ ਆਪਣੇ ਹਰ ਤਰੀਕੇ ਵਰਤਦੇ ਆ। ਠੀਕ ਹੈ ਨਾ। ਹੋ ਸਕਦਾ ਉਹਨਾਂ ਦਾ ਵੀ ਏਜੰਡਾ ਇਸ ਤਰ੍ਹਾਂ ਦਾ ਹੋਵੇ ਵੀ ਅਸੀਂ ਪੰਜਾਬ ਦੇ ਅੰਦਰ ਇਸ ਤਰ੍ਹਾਂ ਰਾਜ ਭਾਗ ਕਰਨਾ ਵਾ, ਤੇ ਹਰੇਕ ਪਾਰਟੀ ਕਰਦੀ, ਹਰੇਕ ਨੂੰ ਹੱਕ ਆ। ਬਾਕੀ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਆ ਉਹਦੇ ਲਈ ਅਸੀਂ ਤਾਂ ਨੇਕ ਨੀਅਤੀ ਦੇ ਨਾਲ ਉਸ ਦਿਨ ਤੋਂ, ਜਦੋਂ ਗੁਰਦੁਆਰਾ ਅੰਬ ਸਾਹਿਬ ਮੋਰਚਾ ਲੱਗਾ, ਫਿਰ ਬਾਪੂ ਸੂਰਜ ਸਿੰਘ ਦਾ ਮੋਰਚਾ, ਫਿਰ ਬਰਗਾੜੀ ਇਨਸਾਫ ਮੋਰਚਾ, ਅੱਜ ਤੱਕ ਅਸੀਂ ਤੇ ਇੱਕ ਰਸ ਉਸੇ ਤਰ੍ਹਾਂ ਨਿਰੰਤਰਤਾ ਦੇ ਨਾਲ ਅਸੀਂ ਜਿਹੜਾ ਹੈਗਾ ਵਾ ਮੰਗ ਕਰ ਰਹੇ ਹਾਂ ਕਿ ਸਾਡੇ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। ਕੁਝ ਸਿੰਘਾਂ ਦੀਆਂ ਰਿਹਾਈਆਂ ਵੀ ਹੋਈਆਂ ਨੇ। ਹੁਣ ਵਾਲੀ ਬੀਜੇਪੀ ਸਰਕਾਰ ਦੇ ਅੰਦਰ ਰਿਹਾਈਆਂ ਵੀ ਹੋਈਆਂ, ਪੈਰੋਲਾਂ ਵੀ ਹੋਈਆਂ ਨੇ ਪਿਛਲੇ ਸਮੇਂ ਦੇ ਅੰਦਰ। ਜਿਹੜੀਆਂ ਪੈਂਡਿੰਗ ਨੇ ਅਸੀਂ ਉਹਨਾਂ ਦੀ ਵੀ ਜਦੋਜਹਿਦ ਕਰ ਰਹੇ ਹਾਂ। ਜਿਹੜੀ ਕੋਈ ਨੇੜਤਾ ਕਰਦਾ ਚਾਹੁੰਦਾ ਵਾ, ਕੋਈ ਆਉਂਦਾ ਸਾਡੇ ਕੋਲੇ ਜਾਂ ਅਸੀਂ ਕਿਸੇ ਕੋਲੇ ਜਾਂਦੇ, ਅਸੀਂ ਜਾ ਕੇ ਇਹੀ ਮੰਗ ਪੱਤਰ ਦਿੰਨੇ, ਰੱਖਦੇ ਹਾਂ ਗੱਲ। ਜੇ ਐਸਜੀਪੀਸੀ ਨੇ ਆਵਾਜ਼ ਮਾਰੀ ਅਸੀਂ ਤਾਂ ਉੱਥੇ ਵੀ ਗਏ, 11 ਮੈਂਬਰੀ ਕਮੇਟੀ ਬਣਾਈ ਉਹਨਾਂ ਨੇ, ਉਹਦੇ 'ਚ ਵੀ ਅਸੀਂ ਗਏ। ਪਰ ਉਹਦੇ ਜਦੋਂ ਬੰਦੀ ਕਰਨ ਵਾਲੇ ਬਿਠਾ ਲਏ, ਉਹਨਾਂ ਨੂੰ ਬਾਹਰ ਕੱਢਣ ਦੀ ਗੱਲ ਕਹੀ, ਉਹਨਾਂ ਨੇ ਮੁੜ ਕੇ ਕਮੇਟੀ ਦੀ ਮੀਟਿੰਗ ਹੀ ਕੋਈ ਨਹੀਂ ਸੱਦੀ। ਹੁਣ ਕਮੇਟੀ ਦਾ ਭੋਗ ਕਦੋਂ ਪਾਤਾ ਇਹ ਵੀ ਨਹੀਂ ਦੱਸਿਆ ਉਹਨਾਂ ਨੇ। ਤਾਂ ਉਹਨਾਂ ਨੇ ਆਪਦਾ ਹੀ ਹੁਣ ਵੱਖਰਾ ਲੈ ਕੇ ਉਹਨਾਂ ਸੰਪਰਦਾਵਾਂ ਟਕਸਾਲਾਂ ਸਭ ਨੂੰ ਪਾਸੇ ਕਰਕੇ ਇਕੱਲਾ ਐਸਜੀਪੀਸੀ ਦੇ ਨਾਂ ਤੇ ਹੀ ਉਹਨਾਂ ਨੇ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਉਹਨਾਂ ਦੀ ਮਜਬੂਰੀ ਹੈ ਕਿ ਉਹ ਬਾਦਲ ਪਰਿਵਾਰ ਨੂੰ ਛੱਡ ਨਹੀਂ ਸਕਦੇ। ਉਹ ਬਾਦਲ ਪਰਿਵਾਰ ਨੂੰ ਹੀ ਆਕਸੀਜਨ ਦੇਣਾ ਚਾਹੁੰਦੇ ਆ। ਬਾਦਲ ਪਰਿਵਾਰ ਦੇ ਪੰਥ ਦਾ ਤੇ ਪੰਜਾਬ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਆ। ਪੰਥਕ ਮੁੱਦਿਆਂ ਦਾ, ਬੰਦੀ ਸਿੰਘਾਂ ਦਾ ਕੋਈ ਫਿਕਰ ਨਹੀਂ। ਅਸੀਂ ਉਹਨਾਂ ਮੁੱਦਿਆਂ ਦੀ ਗੱਲ ਕਰਦੇ ਹਾਂ, ਅਸੀਂ ਉਹਨਾਂ ਸਿਧਾਂਤਾਂ ਦੀ ਗੱਲ ਕਰਦੇ ਹਾਂ। ਇਸ ਕਰਕੇ ਉਹਨਾਂ ਨੂੰ ਐਕਸੈਪਟ ਨਹੀਂ ਹੁੰਦੀ। ਉਹ ਕਹਿੰਦੇ ਹਾਂ ਸਾਡੀ ਛਤਰ ਛਾਇਆ 'ਚ ਆ ਜਾਓ, ਜੋ ਅਸੀਂ ਸਹੀ ਕਹੀਏ ਸਹੀ, ਜੋ ਅਸੀਂ ਗਲਤ ਕਰੀਏ ਉਹਨੂੰ ਵੀ ਸਹੀ ਕਹੋ, ਸਾਡੇ ਪਿੱਛੇ ਲੱਗ ਕੇ ਫੇਰ ਤੁਸੀਂ ਨਾਲ ਚੱਲੋ। ਤੇ ਇਸ ਤਰ੍ਹਾਂ ਸਾਡੇ ਕੋਲ ਅੱਖਾਂ ਬੰਦ ਨਹੀਂ ਕੀਤੀਆਂ ਜਾਂਦੀਆਂ। ਅਸੀਂ ਤਾਂ ਖੁੱਲੀਆਂ ਅੱਖਾਂ ਦੇ ਨਾਲ ਜਿਹੜਾ ਗੁਰਬਾਣੀ ਦੇ ਗੁਰ ਸਿਧਾਂਤ ਅਨੁਸਾਰ ਉਹਨਾਂ ਨੂੰ ਗੱਲ ਕਹਿੰਦੇ ਆ। ਪੰਥਕ ਮੁੱਦਿਆਂ ਦੀ ਗੱਲ ਆ, ਚਾਹੇ ਕੋਈ ਵੀ ਗੱਲ ਆ। ਤੇ ਇਸ ਕਾਰਨ ਕਰਕੇ ਜਿਹੜਾ ਬੰਦੀ ਸਿੰਘਾਂ ਦੀ ਗੱਲ ਆ, ਮੈਂ ਸਮਝਦਾ ਕਿ ਸਾਡਾ ਯਤਨ ਜਾਰੀ ਆ। ਵਾਹਿਗੁਰੂ ਕਿਰਪਾ ਕਰੂਗਾ। ਪਹਿਲਾਂ ਵੀ ਕੁਝ ਪੈਰੋਲਾਂ ਹੋਈਆਂ ਨੇ, ਕੁਝ ਰਿਹਾਈਆਂ ਹੋਈਆਂ, ਕੁਝ ਜੇਲ੍ਹ ਤਬਦੀਲੀਆਂ ਹੋਈਆਂ ਨੇ, ਬਾਕੀ ਰਹਿੰਦੀਆਂ ਵੀ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਜੱਦੋਜਹਿਦ ਦੇ ਨਾਲ ਕਰਾਂਗੇ। ਹਰੇਕ ਨੂੰ ਹੱਕ ਆ ਬਾਕੀ ਸੰਘਰਸ਼ ਕਰਨ ਦਾ, ਪਰ ਮੈਂ ਸਮਝਦਾ ਵੀ ਇਹਦੇ ਤੇ ਸੰਘਰਸ਼ ਹੋਣਾ ਚਾਹੀਦਾ, ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਹ ਜਿਹੜੀ ਪੋਲੀਟਿਕਸ ਕਰਨਾ ਚਾਹੁੰਦੇ ਆ ਲੋਕ, ਕਈ ਰਾਜਨੀਤੀ ਕਰਨਾ ਚਾਹੁੰਦੇ ਆ, ਕਿ ਜਿਹੜੇ ਅੱਤਵਾਦੀ ਵੱਖਵਾਦੀ ਕਹਿੰਦੇ ਰਹੇ ਉਹ ਵੀ ਜਾ ਕੇ ਜੰਤਰ ਮੰਤਰ ਤੇ ਗਾਣੇ ਗਾਉਣ ਲੱਗ ਗਏ ਹੁਣ ਵੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਆ। ਤੁਹਾਨੂੰ ਪਤਾ ਹੀ ਆ। ਤੇ ਹੁਣ ਉਹ ਕੇਵਲ ਪੋਲੀਟਿਕਸ ਕਰਨਾ ਚਾਹੁੰਦੇ ਆ। ਉਹੀ ਬੀਬੀ
ਕਮਲਜੀਤ ਕੌਰ ਰਾਜੋਆਣਾ ਦੀ ਭੈਣ, ਉਹੀ ਕੈਂਡੀਡੇਟ ਪਟਿਆਲੇ ਤੋਂ ਸੀ ਜਿਹਦੇ ਖਿਲਾਫ, ਉਹ ਬੰਦੀ ਸਿੰਘ ਦੀ ਭੈਣ ਸੀਗੀ। ਔਰ ਉਸ ਵੇਲੇ ਤਾਂ ਅਕਾਲੀ ਦਲ ਨੇ ਕਾਂਗਰਸ ਦੇ ਵਿੱਚੋਂ ਦੀਪਿੰਦਰ ਢਿੱਲੋਂ ਨੂੰ ਜੁਆਇਨਿੰਗ ਕਰਾ ਕੇ ਅਕਾਲੀ ਦਲ 'ਚ ਤੇ ਉਹਦੇ ਬਰਾਬਰ ਉਮੀਦਵਾਰ ਖੜਾ ਕੀਤਾ ਕਿ ਉਦੋਂ ਬੰਦੀ ਸਿੰਘ ਬੰਦੀ ਨਹੀਂ ਸੀਗੇ, ਜਾਂ ਉਦੋਂ ਬੰਦੀ ਸੰਗਰੂਰ ਲਿਆ ਕੇ ਕਹਿੰਦੇ ਬੰਦੀ ਸਿੰਘਾਂ ਦੀ ਭੈਣ ਆ। ਇਹ ਬੰਦੀ ਸਿੰਘ 2-4 ਦਿਨਾਂ 'ਚ ਤਾਂ ਨਹੀਂ ਬਣੇ, ਇਹ ਬੰਦੀ ਸਿੰਘ ਤਾਂ ਬਹੁਤ ਲੰਬੇ ਸਨ, 30-30 ਸਾਲ ਹੋ ਗਏ ਆ, 25-25 ਸਾਲ, 32-32 ਸਾਲ ਹੋ ਗਿਆ ਉਸ ਵੇਲੇ ਤੋਂ ਬੰਦੀ ਸਿੰਘ ਆ। ਤੇ ਜਦੋਂ ਰਾਜ ਭਾਗ ਰਹੇ ਇਹਨਾਂ ਦੇ ਕਿੰਨੇ ਕਿੰਨਾ ਧਰਨੇ ਮੁਜ਼ਾਹਰੇ ਕੀਤੇ ਬਾਦਲਾਂ ਨੇ, ਕਿੰਨੇ ਕੁ ਧਰਨੇ ਮੁਜ਼ਾਹਰੇ ਜਾਂ ਸ਼੍ਰੋਮਣੀ ਕਮੇਟੀ ਤੋਂ ਕਿੰਨੇ ਕੁ ਕਰਵਾਏ ਇਹਨਾਂ ਨੇ। ਸਾਰੀ ਪੋਲੀਟਿਕਸ ਕਰਦੇ ਆ ਇਹ, ਪੋਲੀਟਿਕਸ ਕਰਕੇ ਮੈਂ ਸਮਝਦਾ ਵਾਂ ਕਿ ਇਹ ਮਾਹੌਲ ਖਰਾਬ ਕਰਨਾ ਚਾਹੁੰਦੇ। ਸਗੋਂ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਉਹਦੇ 'ਚ ਵੀ ਸਭ ਤੋਂ ਵੱਡੀ ਰੁਕਾਵਟ ਹੀ ਇਹ ਬਾਦਲ ਨੇ, ਸਭ ਤੋਂ ਵੱਡੀ ਰੁਕਾਵਟ ਹੀ ਬਾਦਲ ਦਲ ਆ, ਉੱਪਰੋਂ ਪੋਲੀਟਿਕਸ ਕਰਦੇ ਆ। ਤੁਸੀਂ ਕੀ ਮੰਨਦੇ ਹੋ ਕਿ ਜੇ ਜਿਵੇਂ ਹੁਣ ਬੇਅਦਬੀ ਵਾਲੇ ਮਸਲੇ ਵੀ ਸਾਹਮਣੇ ਆ ਰਹੇ ਨੇ, ਜੇ ਬਾਦਲ ਅੰਦਰ ਹੋ ਜਾਂਦੇ ਨੇ ਤਾਂ ਕੀ ਬੇਅਦਬੀ ਦਾ ਇਨਸਾਫ ਹੋ ਜਾਏਗਾ? ਤਾਂ ਕੀ ਇਹਨਾਂ ਦਾ ਜੇ ਸ਼੍ਰੋਮਣੀ ਕਮੇਟੀ ਤੋਂ ਗਲਬਾ ਹਟਦਾ ਉਹਦੇ ਨਾਲ ਬੰਦੀ ਸਿੰਘ ਰਿਹਾ ਹੋ ਜਾਣਗੇ? ਬਿਲਕੁਲ, ਜੇ ਬਾਦਲ ਪਰਿਵਾਰ ਪੰਥ ਦੀਆਂ ਸੰਸਥਾਵਾਂ ਤੋਂ ਪਾਸੇ ਹੋ ਜਾਵੇ, ਮੈਂ ਪਹਿਲੇ ਦਿਨ ਤੋਂ ਕਹਿਣਾ, ਤੇ ਪੰਥ ਦੀਆਂ ਸੰਸਥਾਵਾਂ ਆਜ਼ਾਦ ਹੋ ਕੇ ਕੰਮ ਕਰਨ, ਪੰਥ ਦਾ ਬੋਲਬਾਲਾ ਹੋਊ, ਪੰਥ ਦੇ ਮਸਲੇ ਹੱਲ ਹੋਣਗੇ, ਬੰਦੀ ਰਿਹਾ ਹੋਣਗੇ। ਰਹੀ ਗੱਲ ਅੰਦਰ ਹੋਣ ਦੀ, ਅੰਦਰ ਕਰਨਾ ਨਹੀਂ ਕਰਨਾ, ਇਹ ਤਾਂ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਆ ਉਹਦਾ ਹਿੱਸਾ, ਜਾਂਚ ਦਾ ਹਿੱਸਾ ਵਾ। ਇਹ ਕਿੰਨੇ ਕੁ ਗੁਨਾਹਗਾਰ ਸਾਬਤ ਹੁੰਦੇ ਆ ਨਹੀਂ ਹੁੰਦੇ, ਇਹਨਾਂ ਨੂੰ ਜਾਂਚ ਦਾ ਹਿੱਸਾ ਤੇ ਬਣਾਇਆ ਵਾ ਹੁਣ। ਪਰ ਹੁਣ ਇਹ ਕੀ ਹੁੰਦਾ ਵਾ, ਇਹ ਤਾਂ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਵੀ ਇੱਕ ਵੀ ਬੇਗੁਨਾਹ ਨੂੰ ਫੜਨਾ ਨਹੀਂ ਚਾਹੀਦਾ ਤੇ ਗੁਨਾਹਗਾਰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਹ ਕਿੱਡਾ ਸਰਮਾਏਦਾਰ ਹੋਵੇ, ਕਿੱਡਾ ਸਿਆਸੀ ਲੀਡਰ ਹੋਵੇ, ਤੇ ਕਿੱਡਾ। ਇਸ ਕਾਰਨ ਕਰਕੇ ਅਸੀਂ ਕੋਈ ਇਹ ਨਹੀਂ ਆ ਸਾਹੀਂ ਕਹਿੰਦੇ ਵੀ ਸੁਖਬੀਰ ਨੂੰ ਹੀ ਅੰਦਰ ਕਰੋ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਅੰਦਰ ਕਰੋ, ਅਸੀਂ ਇਹ ਨਹੀਂ ਕਹਿੰਦੇ। ਅਸੀਂ ਕਹਿੰਦੇ ਗੁਨਾਹਗਾਰ ਅੰਦਰ ਕਰੋ, ਇਹ ਦੇਖੋ ਵੀ ਇਹਨਾਂ ਦਾ ਗੁਨਾਹ ਕੀ ਆ, ਇਹਨਾਂ ਪੁਸਤ ਬਣਾਈ ਕੀਤੀ, ਇਹਨਾਂ ਛਤਰਛਾਇਆ ਦਿੱਤੀ, ਇਹਨਾਂ ਮਾਫੀਨਾਮੇ ਦਿੱਤੇ, ਇਹਨਾਂ ਗੋਲੀਆਂ ਚਲਾਉਣ ਦੇ ਆਰਡਰ ਦਿੱਤੇ ਜਾਂ ਨਹੀਂ ਦਿੱਤੇ। ਇਹ ਹੁਣ ਜਾਂਚ ਦਾ ਵਿਸ਼ਾ, ਜਿਹੜੀ ਇਨਵੈਸਟੀਗੇਸ਼ਨ ਟੀਮ ਆ ਉਹਨਾਂ ਨੇ, ਬਾਈਬਲ ਕਲਾਂ ਵਾਲੀ ਇਨਵੈਸਟੀਗੇਸ਼ਨ ਟੀਮ ਆ ਉਹਨੇ ਕਰਨਾ, ਜਿਹੜੀ ਕੋਟਕਪੂਰੇ ਵਾਲੀ ਆ ਉਹਨਾਂ ਨੇ ਕਰਨਾ। ਪਰ ਇਹਦੇ 'ਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਇਹ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿ ਇਹਦੇ ਵਿੱਚ ਕੋਈ ਰਾਜਨੀਤੀ ਹੋਵੇ, ਸਿਆਸਤ ਹੋਵੇ। ਇਹ ਤਾਂ ਸਾਡਾ ਕਰੋੜਾਂ ਲੋਕਾਂ ਦੀਆਂ ਭਾਵਨਾ ਨਾਲ ਜੁੜਿਆ ਮਸਲਾ ਵਾ, ਸਾਡੇ ਹਿਰਦੇ ਬਲੁੰਦਰੇ ਪਏ, ਇਹਦਾ ਇਨਸਾਫ ਹੋਣਾ ਚਾਹੀਦਾ। ਦਾਦੂਵਾਲ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਹਰਿਆਣੇ ਦੀ ਵੱਖਰੀ ਕਮੇਟੀ ਦਾ ਮਸਲਾ, ਫੈਸਲਾ ਮਾਣਯੋਗ ਸੁਪਰੀਮ ਕੋਰਟ ਦੇ ਹੱਥ 'ਚ ਕਿਸੇ ਵੇਲੇ ਦੇਰ ਸਵੇਰ ਆ ਸਕਦਾ ਕਿ ਜਦੋਂ ਏਦਾਂ ਵੱਖਰੀਆਂ ਕਮੇਟੀਆਂ ਬਣਦੀਆਂ, ਪਹਿਲਾਂ ਦਿੱਲੀ 'ਚ ਬਣੀ, ਪੰਜਾਬ 'ਚ ਹੈ, ਫਿਰ ਹਰਿਆਣੇ ਦੇ ਵਿੱਚ ਬਣ ਗਈ, ਫਿਰ ਹੋਰ ਸਟੇਟਾਂ ਜਿੰਨੀਆਂ ਨੇ ਮੁਲਕ ਭਰ ਦੇ ਵਿੱਚ, ਉੱਥੇ ਵੱਖੋ ਵੱਖਰੀਆਂ ਕਮੇਟੀਆਂ ਬਣ ਜਾਂਦੀਆਂ, ਤਾਂ ਇਹਦੇ ਨਾਲ ਕੀ ਵੱਖੋ ਵੱਖਰੇ ਧੜੇ ਨਹੀਂ ਖੜੇ ਹੋਣਗੇ? ਦੇਖੋ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੁਖਵਿੰਦਰ ਸਿੰਘ ਜੀ, ਕਿ ਜਿੰਨੀਆਂ ਪੰਥ ਦੀਆਂ ਸੰਸਥਾਵਾਂ, ਜੇ ਪੰਥ ਨੂੰ ਸਮਰਪਿਤ, ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਕੋਈ ਨਹੀਂ ਜਾਂਦਾ। ਪਰ ਜਿਸ ਤਰ੍ਹਾਂ ਪੰਜਾਬ 'ਚ ਬਾਦਲ ਪਰਿਵਾਰ ਕਾਬਜ ਹੋ ਕੇ, ਦਿੱਲੀ ਤੇ ਵੀ ਕਾਬਜ ਹੋ ਗਿਆ, ਮਨਮਾਨੀਆਂ ਕੀਤੀਆਂ ਇਹਨਾਂ ਨੇ। ਜੇ ਹੁਣ ਇਹ ਦਿੱਲੀ ਕਮੇਟੀ ਵੀ ਆਜ਼ਾਦ ਹੋਈ ਹੈ ਇਹਨਾਂ ਤੋਂ, ਹਰਿਆਣਾ ਕਮੇਟੀ ਵੱਖਰੀ, ਤਾਂ ਫਿਰ ਇਸ ਤਰ੍ਹਾਂ ਕੋਈ ਮਨਮਾਨੀ ਨਹੀਂ ਕਰ ਸਕੂਗਾ। ਜਿਹੜੀਆਂ ਏਦਾਂ ਦੀਆਂ ਵਿਧਾਨਕ ਸੰਸਥਾਵਾਂ ਬਣ ਰਹੀਆਂ ਨੇ, ਇਹ ਜਿਹੜੀਆਂ ਸੰਸਥਾਵਾਂ ਨੇ, ਇਹ ਫਿਰ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦੇ ਆ, ਭਾਈ ਤੁਸੀਂ ਇੱਥੇ ਗਲਤ ਹੋ, ਠੀਕ ਹੈ ਨਾ। ਜੇਕਰ ਸਾਰੇ ਪਾਸੇ ਹੀ ਇਹਨਾਂ ਦਾ ਗਲਬਾ ਹੋਵੇ ਤਾਂ ਫਿਰ ਇਹ ਮਨਮਰਜ਼ੀਆਂ ਕਰਦੇ ਆ, ਜਿਵੇਂ ਪਹਿਲਾਂ ਇਹਨਾਂ ਨੇ ਕੀਤਾ। ਹਰਿਆਣੇ 'ਚ ਵੀ ਇਹਨਾਂ ਦਾ ਕਬਜ਼ਾ ਸੀ, ਦਿੱਲੀ 'ਚ ਵੀ ਇਹਨਾਂ ਦਾ ਕਬਜ਼ਾ ਸੀਗਾ, ਬੋਰਡਾਂ ਤੇ ਵੀ ਇਹਨਾਂ ਦਾ ਕਬਜ਼ਾ ਸੀ, ਮਨਮਾਨੀਆਂ ਕੀਤੀਆਂ ਇਹਨਾਂ ਨੇ, ਕੋਈ ਰੋਕਣ ਵਾਲਾ ਨਹੀਂ ਸੀ। ਪੰਥ ਨੂੰ ਨਿਘਾਰ ਤੱਕ ਲੈ ਗਏ। RSS ਦੀ ਗੱਲ ਕਰਦੇ, RSS ਤਾਂ 100 ਸਾਲ ਦੇ ਵਿੱਚ ਦੇਸ਼ ਤੇ ਰਾਜ ਕਰਨ ਲੱਗ ਗਈ, ਤੇ ਇਹ 100 ਸਾਲ ਦੇ ਵਿੱਚ 3 ਸੀਟਾਂ ਤੇ ਲੈ ਗਏ। ਦੇਖੋ ਸਾਡੀ ਕੌਮ ਨੂੰ 3 ਸੀਟਾਂ ਤੇ ਲੈ ਗਏ, ਠੀਕ ਆ। ਉਹਨਾਂ ਨੇ ਤਾਂ 100 ਸਾਲ 'ਚ ਰਾਜ ਭਾਗ ਕਰ ਲਿਆ, ਤੇ ਇਹ 3 ਸੀਟਾਂ ਤੇ ਲੈ ਗਏ। ਕਹਿੰਦੇ ਚੰਗਿਆਈ, ਚੰਗੀ ਗੱਲ ਜਿਹੜੀ ਆ ਉਹ ਤਾਂ ਦੁਸ਼ਮਣ ਤੋਂ ਵੀ ਸਿੱਖਣੀ ਚਾਹੀਦੀ, ਵਿਰੋਧੀ ਤੋਂ ਵੀ ਸਿੱਖਣੀ ਚਾਹੀਦੀ ਆ। ਇਹਨਾਂ ਨੇ ਇੱਕੋ ਗੱਲ ਰੌਲਾ ਪਾ ਕੇ ਜਦੋਂ ਲੋੜ ਹੁੰਦੀ ਸੀ ਜਾ ਕੇ ਪੈਰ ਫੜ ਲੈਂਦੇ ਸੀਗੇ। ਹੁਣ ਦੇਖੋ, ਮੈਨੂੰ ਇੱਕ ਗੱਲ ਦੱਸੋ, RSS ਜਾਂ BJP ਜਿੰਨਾ ਚਿਰ ਬਾਦਲਾਂ ਦਾ ਉਹਨਾਂ ਨਾਲ ਤਾਲਮੇਲ ਰਿਹਾ, ਜਿੰਨਾ ਚਿਰ ਰਾਜ ਭਾਗ ਲੈਂਦੇ ਰਹੇ, ਉਹਨਾਂ ਚਿਰ ਤਾਂ ਇਹਨਾਂ ਨੇ ਮਾੜੀ ਕਿਹਾ ਨਹੀਂ। ਉਹ ਇੱਕੋ ਦਿਨ 'ਚ ਮਾੜੀ ਹੋ ਗਈ, ਅੱਜ ਉਹਨੂੰ ਮਾੜੀ ਕਹਿੰਦੇ ਆ। ਅੱਜ ਕਹਿੰਦੇ BJP ਮਾੜੀ, ਅੱਜ ਕਹਿੰਦੇ ਫਿਰ ਵੀ ਵੋਟਾਂ ਜਾ ਕੇ BJP ਨੂੰ ਪਾਉਂਦੇ ਆ, ਜਾ ਕੇ ਰਾਸ਼ਟਰਪਤੀ ਨੂੰ। ਤੁਸੀਂ ਦੇਖੋ, ਇਹ ਸਾਰਾ ਇਹਨਾਂ ਦਾ ਜਿਹੜਾ ਇਹੀ ਗੱਲਾਂ ਕਰਕੇ ਜਿਹੜਾ ਇਹਨਾਂ ਨੇ ਕੌਮ ਦਾ ਨੁਕਸਾਨ ਕੀਤਾ। ਤੇ ਇਹਨਾਂ ਨੂੰ ਇਹਨਾਂ ਗੱਲਾਂ ਤੋਂ ਰੋਕਣ ਲਈ, ਜੇ ਸਾਡੀਆਂ ਸੰਸਥਾਵਾਂ, ਦਿੱਲੀ ਕਮੇਟੀ ਆਜ਼ਾਦ ਹੋਊ, ਹਰਿਆਣਾ ਕਮੇਟੀ ਆਜ਼ਾਦ ਹੋਊਗੀ, ਤਾਂ ਫਿਰ ਇਹਨਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਾਂਗੇ ਵੀ ਭਾਈ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੇ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਆ। ਅਸੀਂ ਤਾਂ ਸਿਧਾਂਤ ਦੀ ਗੱਲ ਕਰਾਂਗੇ, ਕੌਮ ਦੀ ਗੱਲ ਕਰਾਂਗੇ, ਪੰਥ ਦੀ ਗੱਲ ਕਰਾਂਗੇ। ਤੇ ਇਹ ਫੈਸਲਾ ਵੀ ਹੁਣ, ਸਾਰੀ ਬਹਿਸ ਜਿਹੜੀ ਆ ਹੋ ਚੁੱਕੀ ਹੈ। 24 ਤੇ 25 ਅਗਸਤ ਨੂੰ, 29 ਤਰੀਕ ਨੂੰ ਲਿਖਤੀ ਕਮੈਂਟ ਮੰਗੇ, ਉਹ ਵੀ ਦਿੱਤੇ ਜਾ ਚੁੱਕੇ ਆ। ਹੁਣ ਇਹ ਫੈਸਲਾ ਜਿਹੜਾ ਹੈਗਾ, ਇਹ ਮਾਨਯੋਗ ਸੁਪਰੀਮ ਕੋਰਟ ਦੇ ਕੋਲ ਆ। ਇਹ ਆਰਡਰ ਕਦੋਂ ਵੀ ਸੁਣਾ ਸਕਦੇ ਆ ਵੀ ਹੁਣ ਇਹ ਹਰਿਆਣਾ ਵਿਚਲੇ ਗੁਰਦੁਆਰਿਆਂ ਦੀ ਸੇਵਾ
ਹਰਿਆਣਾ ਕਮੇਟੀ ਕਰੂਗੀ ਜਾਂ SGPC ਕਰੂਗੀ। ਇਹ ਸਾਰੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਬਾਰੇ ਆਰਡਰ ਜਿਹੜਾ ਆਉਣਾ ਬਾਕੀ ਆ। ਤਾਂ ਮੈਂ ਸਮਝਦਾ ਜਿਸ ਤਰ੍ਹਾਂ ਅਸੀਂ ਫਾਈਟ ਕੀਤੀ, ਲੜਾਈ ਲੜੀ ਆ ਹਰਿਆਣੇ ਦੇ ਸਿੱਖਾਂ ਦੇ ਹੱਕਾਂ ਦੀ, ਸਾਨੂੰ ਪੂਰੀ ਆਸ ਆ ਕਿ ਅਸੀਂ ਜਿਸ ਤਰੀਕੇ ਨਾਲ ਫਾਈਟ ਕੀਤੀ ਆ, ਪੰਜਾਬ ਸਰਕਾਰ ਮੌਜੂਦਾ ਨੇ ਵੀ ਸਾਡੇ ਹੱਕ 'ਚ ਲਿਖਿਆ ਵਾ, ਹਰਿਆਣਾ ਸਰਕਾਰ ਨੇ ਵੀ ਹੱਕ 'ਚ ਲਿਖਿਆ। ਸਾਨੂੰ ਪੂਰੀ ਆਸ ਆ ਵੀ ਇਹ ਹਰਿਆਣੇ ਦੇ ਸਿੱਖਾਂ ਦੇ ਹੱਕ ਵਿੱਚ ਫੈਸਲਾ ਆਊਗਾ ਤੇ ਬਹੁਤ ਜਲਦ ਅਸੀਂ ਸਾਰੇ ਗੁਰੂ ਘਰਾਂ ਦੀ ਸੇਵਾ ਸੰਭਾਲ ਜਿਹੜੀ ਆ ਉਹ ਫਿਰ ਸੰਭਾਲ ਕੇ ਤੇ ਜਿਹੜੀਆਂ ਊਣਤਾਈਆਂ ਜੋ ਇਹਨਾਂ ਨੇ ਇੱਥੇ ਕੀਤਾ ਉਹਨੂੰ ਅਸੀਂ ਸਾਰਾ ਦੂਰ ਕਰਾਂਗੇ। ਇੱਥੇ ਗੁਰੂ ਘਰਾਂ ਦੇ ਪ੍ਰਬੰਧ ਕਿਵੇਂ 2-4 ਗੁਰਦੁਆਰੇ ਜਿਹੜੇ ਸਿੱਧੇ ਇਹਨਾਂ ਦੇ ਪ੍ਰਬੰਧ 'ਚ ਉਹਨਾਂ ਦਾ ਜਿੱਥੇ ਆਮਦਨ ਜ਼ਿਆਦਾ ਉਹਨਾਂ ਨੂੰ ਇਹਨਾਂ ਨੇ ਠੀਕ ਰੱਖਿਆ, ਬਾਕੀ ਗੁਰਦੁਆਰਿਆਂ ਦੇ ਹਾਲਾਤਾਂ ਦੇਖੋ ਹਰਿਆਣੇ 'ਚ ਆ ਕੇ ਕੀ ਆ। ਬਾਕੀ ਗੁਰੂ ਘਰਾਂ ਦੀ ਇਹਨਾਂ ਸੇਵਾ ਸੰਭਾਲ ਹੀ ਨਹੀਂ ਕੀਤੀ ਤੇ ਅਸੀਂ ਸਾਰਿਆਂ ਦੀ ਸੇਵਾ ਸੰਭਾਲ ਵਿਦਿਆ ਵਾਲੇ ਪਾਸੇ, ਧਰਮ ਪ੍ਰਚਾਰ ਵਾਲੇ ਪਾਸੇ ਤੇ ਮੈਡੀਕਲ ਸੇਵਾਵਾਂ ਵਾਲੇ ਪਾਸੇ ਅਸੀਂ ਪੂਰਾ ਧਿਆਨ ਦੇ ਕੇ ਚੱਲਾਂਗੇ। ਗੁਰੂ ਕਿਰਪਾ ਕਰੇ, ਚਾਹੇ ਸਾਡੇ ਕੋਲ ਛੋਟੀ ਜਿਹੀ ਕਮੇਟੀ ਆ ਹੁਣ, ਉਸ ਵੇਲੇ ਵੀ ਅਸੀਂ ਇਸ ਪਾਸੇ ਧਿਆਨ ਦੇ ਕੇ ਚੱਲ ਰਹੇ ਹਾਂ ਤੇ ਜੇ ਸਾਰੀ ਸੇਵਾ ਦੀ ਕਲਾ ਦੇ ਨਾਲ ਅਸੀਂ ਕਰਾਂਗੇ। ਜੀ ਸਮਾਂ ਸਾਡੇ ਕੋਲ ਸੀਮਤ ਸੀਗਾ। ਸਿੱਖ ਮਸਲਿਆਂ ਦੇ ਨਾਲ ਜੁੜੇ ਹੋਰ ਬਹੁਤ ਸਵਾਲ ਨੇ ਜਿਹੜੇ ਜਿਨ੍ਹਾਂ ਉੱਤੇ ਲੰਮੀ ਚਰਚਾ ਕੀਤੀ ਜਾ ਸਕਦੀ ਹੈ। ਅਗਲੇ ਸਮੇਂ ਫਿਰ ਦਾਦੂਵਾਲ ਸਾਹਿਬ ਨੂੰ ਤੁਹਾਡੇ ਰੂਬਰੂ ਕਰਾਂਗੇ, ਇਹਨਾਂ ਸਵਾਲਾਂ ਦੇ ਜਵਾਬ ਲੈਂਦੇ ਰਵਾਂਗੇ। ਸ਼ੁਕਰੀਆ ਦਾਦੂਵਾਲ ਸਾਹਿਬ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਸਮਾਂ ਦਿੱਤਾ। ਧੰਨਵਾਦ ਜੀ ਸੁਖਵਿੰਦਰ ਸਿੰਘ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।